ਸਕੂਲ ਨੂੰ ਬੰਦ ਕੀਤਾ ਜਾਵੇ ਤਾਂ ਕਿ ਬੱਚਿਆਂ ਦੇ ਭਵਿੱਖ ਦੇ ਨਾਲ ਖਿਲਵਾੜ ਨਾ ਹੋ ਸਕੇ। ਸਾਨੂੰ ਦੱਸੋ ਕਿ ਅੱਜ ਅਸੀਂ ਆਪਦੇ ਬੱਚਿਆਂ ਨੂੰ 10 ਸਾਲ ਇੱਥੇ ਪੜ੍ਹਾ ਕੇ 10 ਸਾਲ ਫੀਸਾਂ ਦਿੱਤੀਆਂ ਸੀ, ਅੱਜ ਕਿਹੜੇ ਸਕੂਲ 'ਚ ਲੈ ਕੇ ਜਾਈਏ? ਮੁਰਦਾਬਾਦ 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 ਇਹ ਸਕੂਲ ਮੈਨੇਜਮੈਂਟ ਮੁਰਦਾਬਾਦ 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 ਇਹ ਸਕੂਲ ਮੈਨੇਜਮੈਂਟ ਮੁਰਦਾਬਾਦ 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 ਲੋਟੂ ਸਕੂਲ ਮੁਰਦਾਬਾਦ 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 ਲੋਟੂ ਸਕੂਲ ਮੁਰਦਾਬਾਦ 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 ਇਹ ਸਕੂਲ ਮੈਨੇਜਮੈਂਟ ਮੁਰਦਾਬਾਦ 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 ਇਹ ਸਕੂਲ ਮੈਨੇਜਮੈਂਟ ਮੁਰਦਾਬਾਦ 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 ਬੱਚਿਆਂ ਦਾ ਭਵਿੱਖ ਖਤਮ ਕਰਨਾ ਸਕੂਲ ਮੁਰਦਾਬਾਦ 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 ਬੱਚਿਆਂ ਦਾ ਸਕੂਲ ਭਵਿੱਖ ਖਤਮ ਕਰਨਾ ਸਕੂਲ ਮੁਰਦਾਬਾਦ ਮੁਰਦਾਬਾਦ ਮੁਰਦਾਬਾਦ। ਹਾਂਜੀ, ਅਸੀਂ ਅੱਜ ਇਕੱਠੇ ਹੋਏ ਹਾਂ ਜੀ ਜੈਨ ਸਕੂਲ 'ਚ। ਸਾਡੇ ਸਾਰੇ ਪੇਰੈਂਟਸ ਇਕੱਠੇ ਹੋਏ ਨੇ। ਇਹਨਾਂ ਦੇ ਬੱਚੇ ਨਰਸਰੀ ਤੋਂ ਲੈ ਕੇ ਹੁਣ ਤੱਕ ਇੱਥੇ 10th ਤੱਕ ਇੱਥੇ ਪੜ੍ਹੇ ਨੇ ਜੀ। ਨਰਸਰੀ ਤੋਂ ਲੈ ਕੇ 10 ਹੁਣ ਤੱਕ ਸਾਰਿਆਂ ਦੇ ਰਿਜ਼ਲਟ ਵਧੀਆ ਆਉਂਦੇ ਰਹੇ ਆ। ਹੁਣ ਮੇਰੇ ਬੱਚੇ ਦੇ 8th ਕਲਾਸ 'ਚ 5th ਕਲਾਸ 'ਚ 90% ਮਾਰਕਸ ਹੈ, 8th ਕਲਾਸ ਦੇ ਵਿੱਚ 82% ਹੈ, 10th ਕਲਾਸ ਦੇ ਵਿੱਚ ਇਹਨਾਂ ਨੇ 48% ਦਿੱਤੇ ਆ। ਜਦੋਂ ਕਿ ਕੋਈ ਐਗਜ਼ਾਮ ਨਹੀਂ ਹੋਇਆ, ਕੋਈ ਕੁਛ ਨਹੀਂ ਹੋਇਆ, ਬਿਨਾਂ ਐਗਜ਼ਾਮ ਤੋਂ, ਬਿਨਾਂ ਕੋਵਿਡ ਤੋਂ, ਤੁਹਾਨੂੰ ਪਤਾ ਹੀ ਹੈ ਕਿ ਕੋਵਿਡ ਚੱਲ ਰਿਹਾ, ਕੋਵਿਡ ਕਰਕੇ ਆਨਲਾਈਨ ਕਲਾਸਿਸ ਸੀਗੀਆਂ। ਇਹੋ ਜਿਹਾ ਕਿਹੜਾ ਟੈਸਟ ਇਹਨਾਂ ਨੇ ਲਿਆ ਜਿੰਦਾ 82 ਤੋਂ ਡਾਇਰੈਕਟ 48 ਤੇ ਆ ਜਾਏਗਾ? ਸਾਨੂੰ ਇਹ ਦੱਸਣ ਕਿ ਅਸੀਂ ਕਿਹੜੇ ਸਕੂਲ 'ਚ ਜਾ ਕੇ 48% ਦੇ ਨਾਲ ਐਡਮਿਸ਼ਨ ਦਵਾਈਏ ਬੱਚੇ ਨੂੰ। ਅੱਗੋਂ ਅਸੀਂ ਪ੍ਰਸ਼ਾਸਨ ਕੋਲ ਗਏ, ਇਹਨਾਂ ਦੇ ਜਿਹੜਾ ਇੱਥੇ ਪ੍ਰਸ਼ਾਸਨ ਉਹਨਾਂ ਨੂੰ ਪੁੱਛਿਆ ਗਿਆ ਤਾਂ ਉਹਨਾਂ ਦੇ ਕੋਲ ਕੋਈ ਜਵਾਬ ਹੈ ਨਹੀਂ ਇਸ ਚੀਜ਼ ਦਾ। ਸਾਰਿਆਂ ਕੋਲੋਂ 2500 ਰੁਪਈਆ ਐਗਜ਼ਾਮ ਫੀਸ ਲਈ ਗਈ। ਉਹ ਕਿਹੜੇ ਐਗਜ਼ਾਮ ਹੋਏ ਨੇ, ਕਿੱਥੇ ਲਏ ਗਏ ਨੇ, ਕੋਈ ਜਵਾਬ ਤੀਰਿਆ ਹੈ। ਇਹਨਾਂ ਕੋਲੋਂ ਅਸੈਸਮੈਂਟ ਬਣਾਉਣ ਵਾਲਾ ਨਾ ਤਾਂ ਸਟਾਫ ਸੀਗਾ, ਨਾ ਇਹਨਾਂ ਕੋਲੋਂ ਕੋਈ ਬਣਿਆ ਕੁਛ ਅਸੈਸਮੈਂਟ ਜਿਹੜੀ ਉੱਪਰ ਭੇਜੀ ਇਹਨਾਂ ਨੇ। ਉਹ ਇਹਨਾਂ ਨੇ ਗਲਤ ਅਸੈਸਮੈਂਟ ਭੇਜਣ ਕਰਕੇ ਹੀ ਸਾਰਾ ਕੁਝ ਹੋਇਆ। ਇਹਨਾਂ ਵੱਲੋਂ ਇਹ ਕਿਹਾ ਜਾ ਰਿਹਾ ਕਿ ਦੂਜੇ ਸਕੂਲਾਂ ਨੇ ਤਾਂ ਪੈਸੇ ਟੈਸਟ ਕਰੂੰਗਾ ਸਿੰਗਲਾ ਜੀ ਨੂੰ, ਐਜੂਕੇਸ਼ਨ ਮਿਨਿਸਟਰ ਨੂੰ, ਕਿ ਇਸ ਵੱਲ ਧਿਆਨ ਦੇਣ। ਜੇ ਕਿਸੇ ਕੋਲ ਪੈਸੇ ਦਿੱਤੇ ਨੇ ਉਹਨੂੰ ਵੀ ਬੁਲਾਉਣ। ਇਹਨਾਂ ਨੇ ਨਹੀਂ ਦਿੱਤੇ, ਕਲੈਰੀਫਿਕੇਸ਼ਨ ਦੇਣ ਇਸ ਚੀਜ਼ ਦਾ। ਇਹ ਜਵਾਬ ਦੱਸਣਗੇ ਕਿੱਥੇ ਕਿਸੇ ਨੇ ਪੈਸੇ ਮੰਗੇ ਇਹਨਾਂ ਕੋਲੋਂ। ਤੁਸੀਂ ਇਹ ਦੱਸੋ, ਇਹ ਪੋਸੀਬਲ ਹੈਗਾ? ਆਨਲਾਈਨ ਸਾਰਾ ਕੁਝ ਜਾ ਰਿਹਾ, ਆਨਲਾਈਨ ਸਭ ਕੁਝ ਹੋ ਰਿਹਾ, ਆਨਲਾਈਨ ਸਟੱਡੀ ਹੋਈ ਹੈ। ਆਨਲਾਈਨ ਸਟੱਡੀ ਦੀਆਂ ਫੀਸਾਂ ਵੀ ਅਸੀਂ ਦਿੱਤੀਆਂ ਨੇ, ਜਦ ਕਿ ਸਾਰੇ ਪਾਸੋਂ ਇਹ ਸੀਗਾ ਕਿ ਫੀਸ ਨਹੀਂ ਜਾਏਗੀ। ਸਾਡੇ ਕੋਲ ਰਸੀਦਾਂ ਪਈਆਂ ਜਿਹੜੀਆਂ ਫੀਸਾਂ ਦਿੱਤੀਆਂ ਸੀ। ਫੀਸਾਂ ਭਰਨ ਦੇ ਬਾਵਜੂਦ ਸਾਡੇ ਬੱਚੇ ਅੱਜ ਡਿਪਰੈਸ਼ਨ 'ਚ ਚਲੇ ਗਏ ਨੇ। ਸਕੂਲ ਮੈਨੇਜਮੈਂਟ ਦਾ ਕਹਿਣਾ ਹੈ ਕਿ ਆਨਲਾਈਨ ਕਲਾਸਿਸ ਦੇ ਦੌਰਾਨ ਇਹ ਜਿਹੜੇ ਬੱਚੇ ਆ ਇਹਨਾਂ ਨੇ ਪੜ੍ਹਾਈ ਨਹੀਂ ਕੀਤੀ, ਇਸ ਕਰਕੇ ਇਹਨਾਂ ਦੇ ਮਾਰਕ ਘੱਟ ਆਏ। ਦੇਖੋ ਜੀ, ਮੈਨੂੰ ਇੱਕ ਚੀਜ਼ ਦੱਸੋ, ਇਹ ਮੈਨੂੰ ਆਨਲਾਈਨ ਦਾ ਕ੍ਰਾਈਟੇਰੀਆ ਦਿਖਾ ਦੇਣ। ਮੈਨੂੰ ਕਿਹੜਾ ਟੈਸਟ ਲਿਆ ਜਿਹੜੇ ਟੈਸਟ ਮੇਰੇ ਬੱਚੇ ਦੇ ਨੰਬਰ ਘੱਟ ਆਏ ਨੇ? ਦਿਖਾਣ ਮੈਨੂੰ, ਕੁਝ ਤਾਂ ਦਿਖਾ ਨਹੀਂ ਰਹੇ। ਇਹੋ ਜਿਹੇ ਕਿਹੜੇ ਟੈਸਟ ਇਹਨਾਂ ਨੇ ਲਏ ਨੇ? ਮੈਨੂੰ ਦਿਖਾਣ ਤਾਂ ਸਹੀ ਕੁਛ। ਸਕੂਲ ਨੂੰ ਬੰਦ ਕੀਤਾ ਜਾਵੇ ਤਾਂ ਕਿ ਬੱਚਿਆਂ ਦੇ ਭਵਿੱਖ ਦੇ ਨਾਲ ਖਿਲਵਾੜ ਨਾ ਹੋ ਸਕੇ। ਸਾਨੂੰ ਦੱਸੋ ਕਿ ਅੱਜ ਅਸੀਂ ਆਪਦੇ ਬੱਚਿਆਂ ਨੂੰ 10 ਸਾਲ ਇੱਥੇ ਪੜ੍ਹਾ ਕੇ 10 ਸਾਲ ਫੀਸਾਂ ਦਿੱਤੀਆਂ ਸੀ, ਅੱਜ ਕਿਹੜੇ ਸਕੂਲ 'ਚ ਲੈ ਕੇ ਜਾਈਏ ਉਹਨੂੰ? 48% ਦੇ ਨਾਲ ਕਿਹੜੇ? ਮੇਰਾ ਸੁਖਮਨੀ ਹਸਪੀਟਲ ਹੈ ਇੱਥੇ ਜੀਰੇ, ਮੈਂ ਆਪਦੇ ਬੱਚੇ ਨੂੰ ਮੈਡੀਕਲ ਪ੍ਰੋਫੈਸ਼ਨ 'ਚ ਲੈ ਕੇ ਜਾਣਾ ਚਾਹਣਾ, ਮੈਂ ਉਹਨੂੰ ਮੈਡੀਕਲ ਰਖਵਾ ਕੇ ਮੈਡੀਕਲ ਦੀ ਐਡਮਿਸ਼ਨ ਦਵਾਉਣਾ ਚਾਹਣਾ। ਦੱਸੋ 48% ਨਾਲ ਕਿਹੜੇ ਸਕੂਲ 'ਚ ਐਡਮਿਸ਼ਨ ਦਵਾਉਂਗਾ ਮੈਂ? ਇਹਨਾਂ ਨੇ ਮੇਰੇ ਬੱਚੇ ਦਾ ਭਵਿੱਖ ਖਤਮ ਕਰਤਾ। ਤਾਂ ਇਹਦਾ ਮੈਨੂੰ ਕੋਰਟ ਜਾਣਾ ਪਿਆ, RTI ਕੁਝ ਵੀ ਕਰਨਾ ਪਿਆ, ਇਹਨਾਂ ਮੈਂ ਕਰੂੰਗਾ ਕਿ ਇਹੋ ਜਿਹੇ ਘਟੀਆ ਸਕੂਲਾਂ ਨੂੰ ਬੰਦ ਕੀਤਾ ਜਾਏ ਤਾਂ ਕਿ ਬੱਚਿਆਂ ਦੇ ਨਾਲ ਕੋਈ ਖਿਲਵਾੜ ਨਾ ਕਰ ਸਕਣ। ਅੱਜ ਬੱਚੇ ਡਿਪਰੈਸ਼ਨ 'ਚ ਨੇ। ਜੇ ਕੋਈ ਮਿਸ ਹੈਪਨਿੰਗ ਹੁੰਦੀ ਹੈ, ਕਿਸੇ ਦਾ ਕੋਈ ਬੱਚਾ ਕੁਝ ਕਰਦਾ ਹੈ, ਇਹ ਜ਼ਿੰਮੇਵਾਰ ਬਣਨਗੇ ਸਕੂਲ ਵਾਲੇ? ਇਹਨਾਂ ਨੂੰ ਪੁੱਛਿਆ ਜਾਏ ਕਿ ਕੌਣ ਜਵਾਬ ਦੇ ਇਸ ਚੀਜ਼ ਦਾ। ਇਹਨਾਂ ਤੇ ਕਹਿਤਾ ਕਿ ਅਸੀਂ ਜੀ ਭੇਜਤਾ, ਕਿੱਥੇ ਭੇਜਿਆ? ਸਾਨੂੰ ਉਹ ਕ੍ਰਾਈਟੇਰੀਆ ਦਿਖਾਣ ਸਾਨੂੰ ਕਿੱਥੇ ਭੇਜਿਆ ਇਹਨਾਂ ਨੇ। ਜਿਹੜੇ ਇਹਨਾਂ ਨੇ ਅਸੈਸਮੈਂਟ ਭੇਜੀ ਸਾਨੂੰ ਦਿਖਾਣ। ਸਾਨੂੰ ਕੋਈ, ਪਹਿਲਾਂ ਤਾਂ ਅਸੀਂ 1 ਘੰਟਾ ਇੱਥੇ ਬੈਠੇ ਰਹੇ ਹਾਂ, ਸਾਨੂੰ ਮਿਲਣ ਵਾਲਾ ਕੋਈ ਨਹੀਂ ਇੱਥੇ ਜੀ, ਕਿਸੇ ਨੇ ਸਾਨੂੰ ਬੁਲਾਇਆ ਨਹੀਂ। ਅਸੀਂ 10 ਵਾਰੀ ਗਏ ਹਾਂ, ਪੁੱਛਿਆ ਜਾ ਕੇ ਜੀ ਬੁਲਾਣੇ ਆ ਜੀ, ਤੁਸੀਂ ਰੁਕੋ ਜੀ। ਜਦੋਂ ਅਸੀਂ 10 ਸਾਲ ਫੀਸਾਂ ਦਿੱਤੀਆਂ, 10 ਸਾਲ ਫੀਸਾਂ ਲੈਣੀਆਂ ਸੀਗੀਆਂ, ਉਦੋਂ ਅਸੀਂ ਦਿਸਦੇ ਸੀ ਆ ਕੇ ਗੇਟ ਦੇ ਬਾਅਦ 'ਚ ਖੜ੍ਹਦੇ ਸੀ, ਪਹਿਲਾਂ ਅੰਦਰ ਲਿਆਓ ਜੀ ਫੀਸਾਂ ਲੈਣੀਆਂ ਨੇ। ਅੱਜ ਜਵਾਬ ਦੇਣ ਵਾਸਤੇ ਕਿਉਂ ਨਹੀਂ ਖੜ੍ਹਦੇ? ਅੱਜ ਜਵਾਬ ਦੇਣ ਵਾਸਤੇ ਭੱਜਦੇ ਆ ਸਾਡੇ ਕੋਲੋਂ। ਸਾਨੂੰ ਦੇਣ ਜਵਾਬ ਆ ਕੇ, ਸਾਡਾ ਬੱਚਿਆਂ ਦਾ ਹੱਲ ਕਰਨ, ਜੋ ਮਰਜ਼ੀ ਹੈ, ਜਿਵੇਂ ਵੀ ਇਹਦਾ ਹੱਲ, ਸਾਡੇ ਬੱਚਿਆਂ ਦੀ ਪੁਰਾਣੀ ਪਰਸੈਂਟੇਜ ਨੂੰ ਚੁੱਕ ਕੇ ਉਹਦੇ ਧਿਆਨ ਰੱਖਿਆ ਜਾਵੇ। ਆ ਭਾਈ ਸਾਹਿਬ, ਉਹਨਾਂ ਦਾ ਇੱਕ ਇਹ ਵੀ ਕਹਿਣਾ ਹੈ ਕਿ ਜੇ ਬੱਚੇ ਸਕੂਲ ਬੰਦ ਨੇ, ਤੁਹਾਨੂੰ ਪਤਾ ਗਵਰਨਮੈਂਟ ਸਕੂਲ ਦੇ ਵਿੱਚ ਜਿੱਥੇ ਬੱਚੇ ਸਕੂਲਾਂ ਦੇ ਵਿੱਚ ਗਏ ਨਹੀਂ, ਉੱਥੋਂ ਦੇ ਬੱਚਿਆਂ ਦੇ 91% ਮਾਰਕਸ ਆਏ ਨੇ। ਉਹ ਕਿਵੇਂ ਆਏ ਨੇ? ਅਸੈਸਮੈਂਟ ਤੇ ਆਏ ਨੇ। ਪਿਛਲੇ ਰਿਜ਼ਲਟ ਉਹਨਾਂ ਦਾ ਵੇਖ ਕੇ ਆਏ ਨੇ, ਪਿਛਲਾ ਉਹਨਾਂ ਦਾ ਸਾਰਾ ਹਿਸਟਰੀ ਚੱਕ ਕੇ ਆਏ ਨੇ। ਆ ਇੱਕ ਮੇਰੇ ਘਰ ਤੇ ਭਾਈ ਸਾਹਿਬ ਨੇ ਇੱਥੇ ਆਪਣੇ ਜੈਨ ਸਕੂਲ ਦੇ ਵਿੱਚ ਪਹੁੰਚੇ ਹਾਂ। ਬਹੁਤ ਹੀ ਦੁਖੀ ਮਨ ਦੇ ਨਾਲ ਆਏ ਸਕੂਲ ਦੇ ਵਿੱਚ। 10 ਸਾਲ ਤਾਂ ਅਸੀਂ ਬੜੇ ਪਿਆਰ ਦੇ ਨਾਲ ਤੇ ਬੜੇ ਉਤਸ਼ਾਹ ਦੇ ਨਾਲ ਆਉਂਦੇ ਸੀ ਕਿ ਸਾਡੇ ਬੱਚਿਆਂ ਦਾ ਭਵਿੱਖ ਜਿਹੜਾ ਬਹੁਤ ਜ਼ਿਆਦਾ ਸੁਰੱਖਿਅਤ ਹੈਗਾ, ਕਿ ਇਹਨਾਂ ਦਾ ਐਜੂਕੇਸ਼ਨ ਸਿਸਟਮ ਬਹੁਤ ਵਧੀਆ ਹੈਗਾ, ਕਿ ਬੱਚੇ ਇੱਥੇ ਪੜ੍ਹ ਕੇ ਕੱਲ੍ਹ ਨੂੰ ਡਾਕਟਰ ਬਣਨਗੇ ਜਾਂ ਕੋਈ ਹੋਰ ਅੱਛੇ ਪ੍ਰੋਫੈਸ਼ਨ ਦੇ ਵਿੱਚ ਜਾਣਗੇ। ਪਰ ਅੱਜ ਜਿਹੜੀ ਕੱਲ੍ਹ ਦਾ ਰਿਜ਼ਲਟ ਆਇਆ 10ਵੀਂ ਦਾ, ਉਹ ਵੇਖ ਕੇ ਤਾਂ ਸਾਡੇ ਪੈਰਾਂ ਥੱਲੋਂ ਜ਼ਮੀਨ ਨਿਕਲ ਗਈ ਹੈ
ਕਿ ਇਹਨਾਂ ਨੇ ਇਹੋ ਜਿਹਾ ਪਤਾ ਨਹੀਂ ਕੀ ਕ੍ਰਾਈਟੇਰੀਆ ਅਪਣਾਇਆ ਕਿ ਜਿਹੜੇ ਬੱਚੇ ਵੀ ਬਹੁਤ ਜ਼ਿਆਦਾ ਇੰਟੈਲੀਜੈਂਟ ਸੀ ਉਹਨਾਂ ਦੇ ਬੱਚਿਆਂ ਦੇ ਨੰਬਰ ਘੱਟੋ ਘੱਟ 25% ਘੱਟ ਕਰਤੇ। ਮੈਂ ਤੁਹਾਨੂੰ ਦੱਸਣਾ ਚਾਹੁੰਦਾ ਕਿ ਮੇਰੇ ਬੇਟੇ ਦਾ ਨਾਮ ਕਰਨਵੀਰ ਸਿੰਘ ਹੈ, ਉਹਦਾ ਜਿਹੜਾ 10ਵੀਂ ਦਾ 8ਵੀਂ ਦੇ ਵਿੱਚ ਉਹਦੇ 93% ਸੀਗੇ, 94 ਸੀਗੇ 9th ਦੇ ਵਿੱਚ। ਇਸ ਵਾਰ ਉਹਦੇ ਘੱਟੋ ਘੱਟ 93 94 ਹੋਣੇ ਚਾਹੀਦੇ ਸੀਗੇ, ਪਰ ਇਹਨਾਂ ਦੀ ਨਲਾਇਕੀ ਕਰਕੇ ਉਹਦੇ ਸਿਰਫ 78% ਮਾਰਕਸ ਆਏ ਨੇ। ਮੈਨੂੰ ਇਹ ਨਹੀਂ ਸਮਝ ਲੱਗਦੀ ਵੀ ਇਹਨਾਂ ਨੇ ਕਿਹੜਾ ਇਹ 'ਚ ਤਰੀਕਾ ਅਪਣਾਇਆ ਜਿਹਦੇ ਨਾਲ ਇਹ ਬੱਚਿਆਂ ਦੇ ਜਿਹੜੇ ਇੰਨੇ ਜ਼ਿਆਦਾ ਸ਼ਾਰਟ ਹੋ ਗਏ ਨੇ। ਤੇ ਇਹਦੇ ਨਾਲ ਜਿਹੜਾ ਬੱਚਿਆਂ ਦਾ ਭਵਿੱਖ ਹੈ ਉਹ ਬਿਲਕੁਲ ਦਾਅ 'ਤੇ ਲੱਗ ਚੁੱਕਾ ਹੈ। ਇਹ ਨਹੀਂ ਸੋਚਦੇ। ਮੈਂ ਇਹਦੇ ਉੱਤੇ ਸਾਰਿਆਂ ਨਾਲੋਂ ਵੱਡਾ ਜਿਹੜਾ ਦੋਸ਼ੀ ਸਮਝਦਾ ਇਹਨਾਂ ਦੀ ਮੈਨੇਜਮੈਂਟ ਨੂੰ ਹੈ। ਮੈਨੇਜਮੈਂਟ ਨੇ ਦੇਖਣਾ ਸੀਗਾ ਜੀ, ਆਨਲਾਈਨ ਸਾਰਾ ਸਿਸਟਮ ਚੱਲ ਰਿਹਾ ਸੀਗਾ, ਆਨਲਾਈਨ ਸਿਸਟਮ ਦੇ ਵਿੱਚ ਸਾਰਾ ਕੁਝ ਜਿਹੜਾ ਇਹਨਾਂ ਨੇ ਭੇਜਣਾ ਸੀ ਉਹਦੇ ਆਧਾਰ 'ਤੇ CBSE ਨੇ ਰਿਜ਼ਲਟ ਬਣਾਉਣਾ ਸੀਗਾ। ਪਰ ਇਹਨਾਂ ਨੇ ਹੁਣ ਪਤਾ ਨਹੀਂ ਕਿਹੜੇ ਬੇਸ 'ਤੇ ਉਹਨਾਂ ਨੂੰ ਅਸੈਸਮੈਂਟ ਭੇਜੀ ਜਾਂ ਬੱਚਿਆਂ ਦੇ ਬਾਰੇ ਉਹਨਾਂ ਨੇ ਕੀ ਇਹਨਾਂ ਨੇ ਲਿਖ ਕੇ ਭੇਜਿਆ, ਉਹਦੇ ਹਿਸਾਬ ਨਾਲ ਸਾਰੇ ਬੱਚੇ ਜਿਹੜੇ ਸੀਗੇ 50% 'ਤੇ ਆ ਗਏ। ਕਈ ਮੇਰੇ ਰਿਸ਼ਤੇਦਾਰ ਨੇ ਇਹਨਾਂ ਦੇ ਬੱਚੇ ਦੇ 73% ਸੀ ਲਾਸਟ ਈਅਰ, ਐਤਕੀ 48 'ਤੇ ਆ ਗਏ ਨੇ। ਇਦੋਂ ਮਾੜੀ ਗੱਲ ਹੋਰ ਆਪਣੇ 'ਤੇ ਕੀ ਹੋ ਸਕਦੀ। ਮੈਂ ਇੱਥੇ ਬੋਰਡ ਹੈ, ਉਹਨਾਂ ਨੇ ਜੈਨ ਸਕੂਲ ਦਾ ਪਿਛਲੇ 2 ਸਾਲ ਦਾ ਰਿਜ਼ਲਟ ਕੱਢਿਆ, ਪਿਛਲੇ 2-3 ਸਾਲ ਦਾ 2-3 ਸਾਲ ਦੇ ਰਿਜ਼ਲਟ ਦੇ ਹਿਸਾਬ ਨਾਲ ਇਸ ਵਾਰ ਨੰਬਰ ਆਏ। ਮੈਂ ਇਹ ਪੁੱਛਣਾ ਚਾਹੁੰਦਾ ਪ੍ਰਸ਼ਾਸਨ ਨੂੰ ਕਿ ਸਾਡੇ ਬੱਚੇ ਹੁਸ਼ਿਆਰ ਹੈ, ਪਿਛਲੇ 2-3 ਸਾਲ ਪਹਿਲਾਂ ਪਤਾ ਨਹੀਂ ਕਿਹੜੇ ਬੱਚਿਆਂ ਨੇ ਇੱਥੇ ਐਗਜ਼ਾਮ ਦਿੱਤਾ ਜਾਂ ਉਹਨਾਂ ਨੇ ਕਿਹੜੇ ਨੰਬਰ ਲਏ ਜਾਂ ਉਹਨਾਂ ਦੇ ਕੀ ਸਿਸਟਮ ਸੀਗਾ, ਤੇ ਉਹਨਾਂ ਦਾ ਜਿਹੜਾ ਸਿਸਟਮ ਸਾਡੇ ਬੱਚਿਆਂ 'ਤੇ ਕਿਉਂ ਥੋਪਿਆ ਗਿਆ। ਸਾਡੇ ਬੱਚੇ ਤਾਂ ਇੰਟੈਲੀਜੈਂਟ ਹੈ, ਇਹਨਾਂ ਦੇ ਇੰਟੈਲੀਜੈਂਸੀ ਦੇ ਹਿਸਾਬ ਨਾਲ ਨੰਬਰ ਮਿਲਣੇ ਚਾਹੀਦੇ ਸੀਗੇ। ਇਹ ਨਹੀਂ ਵੀ ਤੁਹਾਡਾ ਸਕੂਲ ਦਾ ਜੇ ਰਿਜ਼ਲਟ ਮਾੜਾ ਸੀਗਾ, ਮੈਂ ਤਾਂ ਇਹ ਸੁਜੈਸਟ ਕਰਦਾ ਇਹਨਾਂ ਨੂੰ, ਤੇ ਫਿਰ ਪਹਿਲਾਂ ਦੱਸ ਦਿੰਦੇ ਵੀ ਸਾਡੇ ਸਕੂਲ ਦਾ ਰਿਜ਼ਲਟ ਤਾਂ ਮਾੜਾ ਜੀ, ਤੁਸੀਂ 9ਵੀਂ 10ਵੀਂ ਨਾ ਕਰਾਓ ਇੱਥੋਂ। ਸਾਨੂੰ ਸ਼ੁਰੂ ਤੋਂ ਕਹਿੰਦੇ ਰਹੇ ਕਿ ਤੁਹਾਨੂੰ ਵਧੀਆ ਫਿਊਚਰ ਮਿਲੇਗਾ। ਮੈਂ ਤਾਂ ਹੁਣ ਇਹੀ ਮੰਗ ਕਰਦਾ ਕਿ ਇਹ ਜਿਹੜੀ ਪ੍ਰੋਬਲਮ ਹੈ ਇਹਨੂੰ ਸੌਰਟ ਆਊਟ ਕੀਤਾ ਜਾਏ। ਪ੍ਰਸ਼ਾਸਨ ਨੂੰ ਵੀ ਇਹੀ ਮੰਗ ਕਰਦਾ ਕਿ ਧਿਆਨ ਦਿੱਤਾ ਜਾਏ, ਕਿਉਂਕਿ ਬੱਚਿਆਂ ਦਾ ਲਾਈਫ ਦਾ ਮਸਲਾ ਹੈ। ਤੇ ਜਿਹੜੇ ਬੱਚਿਆਂ ਨੇ ਨਾਰੰਗ ਸਾਹਿਬ ਦਾ ਬੇਟਾ, ਇਹਨਾਂ ਦਾ ਆਪਦਾ ਸੁਖਮਨੀ ਹਸਪੀਟਲ ਹੈ ਜ਼ਿਲ੍ਹੇ ਦੇ ਵਿੱਚ, ਮੈਡੀਕਲ ਲਾਈਨ ਦੇ ਵਿੱਚ ਇਹਨਾਂ ਦਾ ਬਹੁਤ ਵੱਡਾ ਯੋਗਦਾਨ ਹੈ। ਮੈਂ ਦੇਖਦਾ ਕਿ ਪ੍ਰਾਈਵੇਟ ਉਹਨਾਂ ਜਿੰਨਾ ਸੈਕਟਰ ਸਭ ਤੋਂ ਜ਼ਿਆਦਾ ਇਹ ਹੈ ਜਿਹੜੀ ਇਹ ਸੇਵਾ ਕਰ ਰਹੇ। ਕੋਵਿਡ ਦੇ ਵਿੱਚ ਵੀ ਬੜੀ ਸੇਵਾ ਕੀਤੀ। ਹੁਣ ਇਹਨਾਂ ਦਾ ਇੱਕ ਸੁਪਨਾ ਸੀਗਾ, ਸ਼ੁਰੂ ਤੋਂ ਮੈਨੂੰ ਕਹਿੰਦੇ ਸੀ ਮੇਰੇ ਦੋਸਤ ਨੇ ਕਿ ਮੇਰੇ ਬੱਚੇ ਨੂੰ ਮੈਂ ਡਾਕਟਰ ਬਣਾਉਣਾ ਹੈ। ਹੁਣ ਅੱਜ ਇਹਦੇ ਬੱਚੇ ਦੇ 48% ਨੰਬਰ ਦਿੱਤੇ ਨਾਰੰਗ ਸਾਹਿਬ ਦੇ ਬੇਟੇ ਦੇ। ਕਿ ਕੱਲ੍ਹ ਨੂੰ ਉਹਨੂੰ ਕੋਈ ਮੈਡੀਕਲ ਕਾਲਜ ਜਾਂ ਕੱਲ੍ਹ ਨੂੰ ਕੋਈ ਉਹਦੀ ਮੈਡੀਕਲ ਐਜੂਕੇਸ਼ਨ ਹੋ ਪਾਏਗੀ, ਮੈਂ ਨਹੀਂ ਸਮਝਦਾ। ਇਹ ਤਾਂ ਸਿਰਫ ਆਪਣਾ ਕਹਿ ਕੇ ਤੇ ਆਪਣੀ ਜਾਨ ਛਡਾਈ ਜਾਂਦੇ ਆ, ਪਰ ਇਹਨਾਂ ਬੱਚਿਆਂ ਦਾ ਕੀ ਬਣੇਗਾ, ਵੀ ਇਹਨਾਂ ਦਾ ਫਿਊਚਰ ਵਿਚਾਰਾਂ ਦਾ ਕੀ ਬਣੂਗਾ। ਉਸ ਤੇ ਅੱਜ ਇਹਨਾਂ ਨੇ ਸਕੂਲ 'ਚ ਪੜ੍ਹਦੇ ਹੋ, ਕੀ ਗੱਲ ਹੋਈ? ਮੇਰਾ ਨਾਮ ਪ੍ਰਥਮ ਨਾਰੰਗ, ਮੈਂ ਯੂਨੀਵਰਸਿਟੀ ਤੇ ਇੱਥੇ ਸਕੂਲ 'ਚ ਪੜ੍ਹਦਾ ਜੀ। ਤੇ ਮੇਰੇ ਜਿੰਨੇ ਵਾਰੀ ਮੈਂ ਇੱਥੇ ਪੜ੍ਹਿਆ ਕਲਾਸਾਂ, ਉਹਨਾਂ ਵਧੀਆ ਰਿਜ਼ਲਟ। ਹੁਣ 10th 'ਚ ਆ ਕੇ ਜਦੋਂ ਮੈਡਮਾਂ ਨਾਲ ਜਦੋਂ ਬੱਚੇ ਆ ਥੋੜ੍ਹੀ ਬਹੁਤੀ ਸ਼ਰਾਰਤ ਚਲੋ ਕਰਦੇ ਆ, ਤੇ ਜਦੋਂ ਮੈਡਮ ਜਿਹੜੇ ਬੱਚੇ ਟਿਊਸ਼ਨ ਲੱਗੇ ਸੀ ਮੈਡਮ ਕੋ, ਉਹਨਾਂ ਦੇ ਮੈਡਮ ਨੇ ਅਸੈਸਮੈਂਟ ਵਾਧੂ ਲਾਏ। ਜਿਹੜੇ ਨਹੀਂ ਟਿਊਸ਼ਨ ਲੱਗੇ ਉਹਨਾਂ ਸਾਨੂੰ 48% 'ਤੇ ਆ ਗਏ। ਅਸੀਂ ਸਾਡੀ 12-11 ਇਹ ਅਸੈਸਮੈਂਟ ਸਾਡੀ ਭੇਜੀ ਹੈ ਸਕੂਲ ਵਾਲਿਆਂ ਨੇ। हाँ जी, मैं शालू सूद, प्रिंसिपल CBSE AVJVM जीरा। जो बच्चों की क्वेरीज़ और पेरेंट्स की क्वेरीज़ आ रही हैं रिगार्डिंग 10th का जो CBSE का रिज़ल्ट डिक्लेयर हुआ है, उसमें हमने जो भी रिज़ल्ट बनाया है वो बिल्कुल विद इन नॉर्म्स जो CBSE से हमारे पास आए हैं उसके थ्रू बना है। और सेकेंड थिंग जो इनको लग रहा है कि शायद हमारे बच्चों के साथ गलत किया गया है, वो इनके बच्चे नहीं, वो हमारे स्कूल के बच्चे हैं, हमारे बच्चे हैं। तो इनका तो एक बच्चा है, हमारे सारे बच्चे हैं, तो हम उनकी पॉजिटिव ही रिपोर्ट देनी चाहेंगे। और जितनी उन्होंने मेहनत की है और जो डिज़र्व करते थे एक्चुअल में वही मार्क्स उनको दिए गए हैं। कुछ स्कूल्स ने हो सकता है किसी मेथड को यूज़ करते हुए अच्छे नंबर बच्चों को दिए होंगे, बट हम ऐसा कोई फेक काम नहीं करना चाहते। और जो टीचर्स जो उनको इंचार्ज पढ़ा रहे थे वो भी आपको भी क्लियर करेंगे। उन टीचर्स ने भी बहुत अच्छे से उन पर जितनी मेहनत की और जो उनको लग रहा था उनसे डिस्कस करके ही सारे जो हैं पोर्टफोलियो जो सबमिट हुए। कई बच्चों की नोटबुक्स नहीं आई थी, उनके मार्क्स नहीं दिए गए। जिनका प्रॉपर था वो एक और चीज़ थी ऑनलाइन ऑफलाइन, हमने प्रायोरिटी दी ऑफलाइन, क्योंकि जो बच्चा ऑफलाइन दे रहा है हमें भी पता है कि ऑनलाइन में वो कुछ जो है चीज़ें यूज़ करके भी अपने मार्क्स गेन कर सकता था। तो इस वजह से हमारे पास वो भी क्लैरिटी है। अगर किसी बच्चे को फिर भी लग रहा है तो हम दोबारा जो भी क्राइटेरिया बोर्ड का है उसके अकॉर्डिंग वो अपने बच्चों को दोबारा पेपर दिलवा सकते हैं। और जितना मेरा एक्सपीरियंस है और मैंने स्टाफ मेंबर से भी डिस्कस किया था रिजल्ट के टाइम, तो उसमें कोई बच्चा मेरे ख्याल से ऐसा नहीं निकलेगा जो एक्चुअल में दोबारा पेपर दे के भी अपने इन्हीं मार्क्स को क्रॉस कर जाए। मैम पेरेंट्स का ये एलिगेशन है, हमारे जो टॉपर्स भी आए हैं उसमें से 1-2 बच्चे थे, कोमलप्रीत फर्स्ट आई है और सेकंड नंबर पे जो है एक लड़की है उर्वशी। और हमेशा पिछला सेशंस का भी अगर उसका रिजल्ट चेक करते हो तो ये 2 बच्चों में हमेशा कंपटीशन रहा है, कभी वो फर्स्ट कभी वो सेकंड। तो ऐसा कुछ भी नहीं है। आपके कहने का मतलब पार्शियलिटी वगैरह कुछ नहीं? बिल्कुल भी नहीं, 1% भी नहीं की गई है। और जिसको भी जो भी क्वेरीज हैं तो हम उनके लिए बैठे हैं ओपनली, दे कैन कम टू अस।
तो वी आर आंसरेबल टू देम। अभी मेरे टीचर्स भी आपको बताएंगे, जो बच्चे ज़्यादा पैनिक हो रहे हैं वो बच्चों को भी पता है कि हम स्टैंड वहाँ नहीं करते, वो अपने पेरेंट्स को मेरे ख्याल से मिसगाइड करना चाहते हैं कि स्कूल वजह बन गया उसकी। एक्चुअल वजह वो खुद बच्चे हैं। हमारे पास उनके जो ऑफलाइन पेपर है वो प्रूफ भी उनको काउंट किया गया, और एक्सटर्नल ऑब्जर्वर को हमने सिंगल कुछ भी उनको पे नहीं किया है। जो वो करना चाहते थे एक्सटर्नल एग्जामिनर, जो रूल्स हैं हमने उनको पूरी वो दी कि उसके अकॉर्डिंग ही अपना रिज़ल्ट तैयार करें जो विद नॉर्म्स है। तो उसमें हमारा 100% हम श्योर है कि हमने रिज़ल्ट में कोई भी जो है बच्चों के डिज़र्व करते थे वो ही मार्क्स लगाए गए हैं। तो अब टीचर्स भी कर हाँ जी। आई एम द इंचार्ज ऑफ 10th क्लास CBSE बोर्ड। तो जैसा बच्चों के रिज़ल्ट के बारे में हमें पता है कि जो नॉर्म्स बोर्ड ने भेजी थी उसी के अकॉर्डिंग, उसी के रिगार्डिंग हमने सारा रिज़ल्ट बनाया है अप टू डेट। जैसा बच्चों की उन्होंने इंस्ट्रक्शंस दी थी, उन्हीं इंस्ट्रक्शंस के अकॉर्डिंग ही हमने सारे बच्चों का रिज़ल्ट बनाया है। लेकिन जो पेरेंट्स ऐसा बोल रहे हैं कि इसके कम आए गए, डिज़र्विंग बच्चों को मार्क्स दिए गए हैं नंबर 1, और हमारे यहाँ पे 90% से अबव मार्क्स भी आए हैं बच्चों के। अगर हम देने होते तो सब बच्चों को जैसे उन्होंने काम करा था, जैसे उनकी अटेंडेंस थी, जैसे उनका सारा काम था, उसी के अकॉर्डिंग हमने बच्चों का जो रिज़ल्ट बनाया था उसी के अकॉर्डिंग उनके मार्क्स आए। आपके कहने का मतलब कि आपने बच्चों की पढ़ाई और हमने जैसा बोर्ड ने हमें इंस्ट्रक्ट किया था उसी के अकॉर्डिंग, अगर हम उनके एक आध ज़्यादा नंबर भी लगा देते थे तो हमारा जो डाटा था वहाँ पे अपलोड नहीं हो रहा था। जैसे 2 मार्क्स हमने सपोज किसी बच्चे के लगाने भी चाहे तो वहाँ पे भी वो डाटा वो गेन नहीं कर रहा था, रेड लाइन आ रही थी। तो इसीलिए हमें जो उनके एक्चुअल मार्क्स थे उसी के अकॉर्डिंग हमने मार्क्स के बारे में आप क्या कहना? पेरेंट्स का एलिगेशन ऐसे है कि जो बच्चों के नंबर कम आए हैं वो अपने मतलब पेरेंट्स को फोर्स कर रही हैं कि हमारे स्कूल वालों ने कम मार्क्स लगाए हैं, लेकिन ऐसा कुछ नहीं है। जो बच्चे डिजर्विंग जितने मार्क्स कर रहे थे उसी के अकॉर्डिंग उनके मार्क्स आए। आपकी बात का सीधा सीधा मतलब हमारे से मंगवाए थे उसी के अकॉर्डिंग हमने वहाँ पे फीड करे हैं, वैसे ही हमारे उनके बच्चों के जैसे हम मार्क्स लगाए हैं वैसे ही उनके बच्चों के लास्ट टाइम मतलब लास्ट 3 ईयर जितने भी मार्क्स उसके अकॉर्डिंग ही लगे। बच्चे स्कूल में नहीं आ रहे थे, घर पे वो पढ़ाई नहीं कर रहे थे, तो फिर दोनों चीज़ें हैं। मतलब वो नॉर्म्स के अकॉर्डिंग भेजे हैं, हमने एक भी मार्क्स इधर से उधर नहीं करा है, ठीक है, उसी के अकॉर्डिंग। ऑनलाइन क्लास अगर टीचर पढ़ा रहा है, फर्स्ट ऑफ ऑल बच्चों का भी फर्ज बनता है कि वो पढ़े, ठीक है। वो घर पे अगर नहीं पढ़ते हैं तो उनका फॉल्ट है, बच्चों का फॉल्ट है, हमारा फॉल्ट नहीं है।